हाँ जी दोस्तों, सत श्री अकाल। वेलकम टू लहरा इंस्टीट्यूट। लहरा इंस्टीट्यूट के यूट्यूब चैनल से ਤੁਹਾਡਾ ਸਭ ਦਾ बहुत बहुत स्वागत है जी। लैके आए ਤੁਹਾਡੇ ਲਈ ਇੱਕ ਹੋਰ ਵੀਡੀਓ ਰੀਜ਼ਨਿੰਗ ਦੀ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਡਿਸਟੈਂਸ ਐਂਡ ਡਾਇਰੈਕਸ਼ਨ ਦੇ ਬਾਰੇ। ਡਿਸਟੈਂਸ ਐਂਡ ਡਾਇਰੈਕਸ਼ਨ ਦੀਆਂ ਪਹਿਲਾਂ ਦੋਸਤੋ ਦੋ ਵੀਡੀਓਜ਼ ਆ ਚੁੱਕੀਆਂ ਨੇ, ਜਿਹਦੇ ਵਿੱਚ ਆਪਾਂ ਕਨਸੈਪਟ ਕਲੀਅਰ ਕੀਤੇ ਸੀਗੇ। ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਪਾਈਥਾਗੋਰਸ ਥਿਓਰਮ ਦੀ, ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਆਪਣੇ ਸਾਰੇ ਡਾਇਰੈਕਸ਼ਨਸ ਦੀ, ਜਿਹਦੇ ਵਿੱਚ ਆਪਾਂ ਨੇ ਗੱਲ ਕੀਤੀ ਸੀਗੀ ਕਿ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਜੇ ਕੋਈ ਬੰਦਾ ਕਿਹੜੀ ਦਿਸ਼ਾ ਦੇ ਵਿੱਚ ਜਾ ਰਿਹਾ ਹੈ ਤੇ ਕਿਹੜੀ ਦਿਸ਼ਾ ਦੇ ਵਿੱਚ ਉਹਦਾ ਮੂੰਹ ਆਗਾ, ਜਾਂ ਆਪਦੇ ਜਿਹੜੇ ਪੁਆਇੰਟ ਤੋਂ ਚੱਲਿਆ ਹੈ ਉਹ ਤੋਂ ਕਿਸ ਦਿਸ਼ਾ ਦੇ ਵਿੱਚ ਹੈ, ਜਾਂ ਉਹ ਕਿਸ ਦਿਸ਼ਾ ਦੇ ਵੱਲ ਵਧ ਰਿਹਾ ਹੈ। ਇਸ ਤਰ੍ਹਾਂ ਦੇ ਸਵਾਲ ਜਿਹੜੇ ਆਪਾਂ ਪਹਿਲੀਆਂ ਦੋ ਵੀਡੀਓਜ਼ ਦੇ ਵਿੱਚ ਬੇਸਿਕ ਕਨਸੈਪਟ ਜਿਹੜਾ ਕਵਰ ਕਰ ਚੁੱਕੇ ਹਾਂ। ਠੀਕ ਹੈ ਦੋਸਤੋ, ਤਾਂ ਜਿਹੜੀ ਅੱਜ ਦੀ ਵੀਡੀਓ ਹੈ, ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲ ਕਰਾਂਗੇ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਹਾਂਗੇ ਕਲੌਕਵਾਈਜ਼ ਤੇ ਐਂਟੀ ਕਲੌਕਵਾਈਜ਼ ਦੀ। ਕਲੌਕਵਾਈਜ਼ ਤੇ ਐਂਟੀ ਕਲੌਕਵਾਈਜ਼। ਕਲੌਕਵਾਈਜ਼ ਐਂਟੀ ਕਲੌਕਵਾਈਜ਼ ਕੀ ਹੁੰਦਾ ਕਿ ਕੋਈ ਬੰਦਾ ਖੜਾਗਾ ਤਾਂ ਉਹ ਕਲੌਕਵਾਈਜ਼ ਘੁੰਮਦਾ, ਐਂਟੀ ਕਲੌਕਵਾਈਜ਼ ਘੁੰਮਦਾ। ਐਨੀ ਡਿਗਰੀ ਤੇ ਘੁੰਮਿਆ, ਐਨੀ ਡਿਗਰੀ ਤੇ ਕਲੌਕਵਾਈਜ਼, ਐਨੀ ਡਿਗਰੀ ਤੇ ਐਂਟੀ ਕਲੌਕਵਾਈਜ਼। ਇਸ ਤਰ੍ਹਾਂ ਦੇ ਸਵਾਲ ਹੈ ਜਿਹੜੇ ਇਹਦੇ ਵਿੱਚ ਆ ਜਾਂਦੇ ਆ। ਬੇਸਿਕ ਮੈਂ ਤੁਹਾਨੂੰ ਦੱਸ ਦਿੰਨਾ ਕਿ ਕੀ ਹੁੰਦਾ ਇਹਦੇ ਵਿੱਚ। ਠੀਕ ਹੈ ਦੋਸਤੋ, ਅਗਰ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਠੀਕ ਹੈ ਦੋਸਤੋ, ਸਾਡਾ ਹੌਸਲਾ ਵੱਧਦਾ ਇਸ ਚੀਜ਼ ਦੇ ਨਾਲ। ਦੇਖੋ ਕੀ ਹੁੰਦਾ ਦੋਸਤੋ, ਜੇ ਆਪਾਂ ਗੱਲ ਕਰੀਏ ਪੂਰਾ ਸਰਕਲ ਹੈ, ਸਰਕਲ ਤੁਹਾਨੂੰ ਪਤਾ ਹੋਊਗਾ ਕਿੰਨੇ ਡਿਗਰੀ ਦਾ ਹੁੰਦਾ। ਪੂਰਾ ਸਰਕਲ ਕਿੰਨਾ ਹੁੰਦਾ ਜੀ, 360 ਡਿਗਰੀ ਦਾ ਹੁੰਦਾ। ਸਾਨੂੰ ਇਹ ਚੀਜ਼ ਕਲੀਅਰ ਹੈ ਜੀ। ਹੁਣ ਆਪਣੇ ਕੋਲ ਜਿਹੜੇ ਦਿਸ਼ਾਵਾਂ ਨੇ, ਇਹ ਮੇਰੇ ਕੋਲ ਦਿਸ਼ਾਵਾਂ ਨੇ ਚਾਰ ਦਿਸ਼ਾਵਾਂ ਦੇ ਵਿੱਚ ਜੇ ਮੈਂ ਗੱਲ ਕਰਾਂ 90-90 ਦੇ ਹਿੱਸੇ ਬਣ ਗਏ। ਕਿਉਂਕਿ ਜੇ ਤੁਸੀਂ ਗੱਲ ਕਰੋ ਇੱਕ ਚੀਜ਼ ਹੋਰ ਦੇਖੋ, ਆਹ ਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ, ਇਹ ਕੋਣ ਹੁੰਦਾ ਸਾਡੇ ਕੋਲੇ 90 ਡਿਗਰੀ ਦਾ ਕੋਣ ਹੁੰਦਾ ਹੈ। ਠੀਕ ਹੈ ਜੀ। ਐਵੇਂ ਜੇ ਇਧਰਲੇ ਕੋਣ ਦੀ ਗੱਲ ਕਰੀਏ, ਇਹ ਕਿੰਨੇ ਡਿਗਰੀ ਦਾ ਹੋ ਗਿਆ, 90 ਡਿਗਰੀ ਦਾ। ਐਵੇਂ ਜੇ ਇੱਥੇ ਗੱਲ ਕਰੋ ਕਿੰਨਾ ਹੋ ਗਿਆ, 90 ਡਿਗਰੀ ਦਾ। ਐਵੇਂ ਜੇ ਇੱਧਰ ਗੱਲ ਕਰੋ ਕਿੰਨੇ ਡਿਗਰੀ ਦਾ ਹੋ ਗਿਆ, 90 ਡਿਗਰੀ ਦਾ। ਠੀਕ ਹੈ ਦੋਸਤੋ, ਇਹ ਕੀ ਹੋ ਗਿਆ, ਆਪਣੇ 90-90 ਡਿਗਰੀ ਦੇ ਕੋਣ ਹੋ ਗਏ। ਇਹ ਸਾਰੇ ਜੇ ਤੁਸੀਂ ਜੋੜੋਗੇ, ਜੇ ਪੂਰੇ ਦਾ ਪੂਰਾ ਇਹ ਸਰਕਲ ਬਣ ਗਿਆ ਇੱਕ, ਜੇ ਅਸੀਂ ਪੂਰੇ ਦੇ ਪੂਰੇ ਜੋੜੋਗੇ ਤਾਂ ਕਿੰਨਾ ਬਣ ਗਿਆ, 90 ਤੇ 90 180 ਤੇ 90 270 ਤੇ 90 360। ਠੀਕ ਹੈ। ਜਾਂ ਇਹਨੂੰ ਐਂ ਵੀ ਕਹਿ ਸਕਦੇ ਹੋ 9 1 9 9 2 18 9 ਦੀ 27 9 ਚੌਕਾ 36, ਤਾਂ ਕਿੰਨਾ ਬਣ ਗਿਆ 360 ਡਿਗਰੀ ਦਾ ਪੂਰਾ ਸਰਕਲ ਬਣ ਗਿਆ ਜੀ। ਜੇ ਤੁਸੀਂ ਕਹੋ ਜੀ ਸਿੱਧੀ ਲਾਈਨ ਕਿੰਨੇ ਡਿਗਰੀ ਦੀ ਹੁੰਦੀ ਹੈ, ਇਹ ਹੁੰਦੀ ਹੈ 180 ਡਿਗਰੀ ਦੀ। ਠੀਕ ਹੈ ਜੀ। ਇਸ ਤਰ੍ਹਾਂ ਜੇ ਤੁਸੀਂ ਦੇਖੋਗੇ ਨਾ ਤਾਂ ਇਹ ਕਿੰਨਾ ਬਣ ਗਿਆ, 90 ਡਿਗਰੀ। ਇਧਰਲਾ ਕਿੰਨਾ ਬਣ ਗਿਆ, ਇਹ ਵੀ 90 ਡਿਗਰੀ। ਤਾਂ 90 ਕਿੰਨਾ ਬਣ ਗਿਆ ਦੋਸਤੋ, 180 ਡਿਗਰੀ। ਠੀਕ ਹੈ ਜੀ। ਤਾਂ ਵੱਧਦੇ ਆਪਾਂ ਸਵਾਲਾਂ ਦੇ ਵੱਲ, ਜ਼ਿਆਦਾ ਟਾਈਮ ਨਹੀਂ ਲੈਂਦੇ। ਤਾਂ ਮੈਨੂੰ ਲੱਗਦਾ ਤੁਹਾਨੂੰ ਬੇਸਿਕ ਕਨਸੈਪਟ ਹੈ ਜਿਹੜਾ ਕਲੀਅਰ ਹੋ ਗਿਆ ਹੋਊਗਾ। ਇਹਦੇ ਵਿੱਚ ਹੁੰਦਾ ਕੀ ਹੈ ਦੋਸਤੋ, ਕੋਈ ਬੰਦਾ ਘੁੰਮਦਾ ਹੈਗਾ, ਇੱਕ ਜਗ੍ਹਾ ਤੇ ਖੜਾ ਹੈ, ਜਾਂ ਇੱਕ ਜਗ੍ਹਾ ਤੋਂ ਚੱਲ ਕੇ ਕਿਸੇ ਹੋਰ ਪਾਸੇ ਗਿਆ ਹੈਗਾ। ਤੁਹਾਨੂੰ ਇੱਕ ਚੀਜ਼ ਕਲੀਅਰ ਕੀਤੀ ਹੋਈ ਹੈ ਕਿ ਕੋਈ ਬੰਦਾ ਹੈਗਾ ਉਹ ਚੱਲਦਾ ਕਿੱਥੋਂ ਹੁੰਦਾ, ਹਮੇਸ਼ਾ ਸੈਂਟਰ ਪੁਆਇੰਟ ਤੋਂ। ਦਿਸ਼ਾਵਾਂ ਬਣਾ ਲਓ, ਨਾਰਥ ਈਸਟ ਵੈਸਟ ਸਾਊਥ ਦਿਸ਼ਾਵਾਂ ਬਣ ਗਈਆਂ। ਠੀਕ ਹੈ ਜੀ। ਕੋਈ ਬੰਦਾ ਇੱਥੇ ਖੜਾ ਹੈਗਾ, ਇੱਥੋਂ ਘੁੰਮਦਾ, ਕਲੌਕਵਾਈਜ਼ ਘੁੰਮਦਾ। ਹੁਣ ਦੇਖੋ ਕਲੌਕਵਾਈਜ਼ ਕੀ ਹੁੰਦਾ, ਇਹ ਮੇਰੇ ਕੋਲ ਇੱਕ ਵਾਚ ਬਣਾ ਦਿੱਤੀ ਮੈਨੇ। ਠੀਕ ਹੈ ਜੀ। ਵਾਲ ਕਲੌਕ ਬਣਾਤਾ, ਕਲੌਕ ਬਣਾ ਦਿੱਤਾ। ਕਲੌਕ ਤੋਂ ਜੇ ਮੈਂ ਕਹਾਂ ਜੀ ਮੇਰੇ ਕੋਲੇ 12:30 ਹੋ ਗਏ। 12:30 ਕਿਵੇਂ ਹੋਣਗੇ ਦੋਸਤੋ, 12:30 ਇੱਥੇ ਮੇਰੇ ਕੋਲੇ 12, ਇੱਥੇ 6 ਹੈ, ਇੱਥੇ 3 ਹੈ, ਇੱਥੇ 5 ਹੈ, ਇੱਥੇ ਕੀ ਹੈ 9। ਠੀਕ ਹੈ ਜੀ। ਇੱਥੇ ਕੀ ਹੈ 9। ਹੁਣ 12:30 ਬਣਾਉਣਾ ਹੈ, ਇੱਥੇ 1 ਆ ਗਿਆ, ਇੱਥੇ 2 ਆ ਗਿਆ, 3 4 5 6 7 8 9 10 11। ਇਸ ਤਰ੍ਹਾਂ ਮੇਰੇ ਕੋਲ ਬਣ ਗਿਆ। ਹੁਣ ਜੇ ਮੈਂ 12:30 ਬਣਾਉਂਗਾ ਤਾਂ ਛੋਟੀ ਸੂਈ ਤਾਂ ਜਾਊਗੀ ਜੀ 12 ਤੇ 1 ਦੇ ਵਿਚਾਲੇ, ਔਰ ਵੱਡੀ ਸੂਈ ਹੈ ਜਿਹੜੀ ਉਹ ਜਾਊਗੀ ਜੀ 6 ਤੇ। ਠੀਕ ਹੈ। ਇਹ ਟਾਈਮ ਹੋ ਗਿਆ ਸਾਡੇ ਕੋਲੇ 12:30 ਦਾ। ਤਾਂ ਜਿਹੜਾ ਟਾਈਮ ਆਪਣਾ ਕਿਸ ਦਿਸ਼ਾ ਦੇ ਵਿੱਚ ਚੱਲਦਾ ਹੈ, ਇਸ ਦਿਸ਼ਾ ਦੇ ਵਿੱਚ ਚੱਲਦਾ ਹੈ। ਠੀਕ ਹੈ ਜੀ। ਟਾਈਮ ਆਪਣਾ ਕਿਸ ਦਿਸ਼ਾ ਦੇ ਵਿੱਚ ਚੱਲਦਾ ਹੈ, ਇਸ ਦਿਸ਼ਾ ਦੇ ਵਿੱਚ। ਇਧਰੋਂ ਚੱਲਦਾ ਇਸ ਤਰ੍ਹਾਂ ਘੁੰਮਦਾ ਆਪਣਾ ਟਾਈਮ, ਇਸ ਤਰ੍ਹਾਂ। ਠੀਕ ਹੈ ਜੀ। ਉਮੀਦ ਕਰਦਾ ਇਹ ਚੀਜ਼ ਸਮਝ ਆਈ ਹੋਊਗੀ। ਇਹਨੂੰ ਕੀ ਕਹਿੰਦੇ ਆਪਾਂ, ਕਲੌਕਵਾਈਜ਼। ਵੀ ਕਲੌਕ ਦੀ ਤਰ੍ਹਾਂ ਘੁੰਮਦਾ। ਕਿਵੇਂ ਘੁੰਮਦਾ, ਕਲੌਕ ਦੀ ਤਰ੍ਹਾਂ। ਹੁਣ ਐਂਟੀ ਕਲੌਕ ਕੀ ਹੋ ਗਿਆ, ਇਹਦਾ ਉਲਟ ਹੋ ਗਿਆ। ਐਂਟੀ ਕਲੌਕ ਕੀ ਹੋ ਗਿਆ, ਇਹਦਾ ਉਲਟ ਹੋ ਗਿਆ। ਮਤਲਬ ਕਿ ਇਹ ਆਪਣਾ ਕਲੌਕ ਬਣਿਆ ਹੋਇਆ ਹੈ, ਕਲੌਕ ਦੇ ਵਿੱਚ ਉਲਟਾ, ਇਸ ਤਰ੍ਹਾਂ ਉਲਟੀ ਦਿਸ਼ਾ ਦੇ ਵਿੱਚ। ਇਹਨੂੰ ਕੀ ਕਹਾਂਗੇ ਅਸੀਂ, ਇਹਨੂੰ ਕਹਾਂਗੇ ਐਂਟੀ ਕਲੌਕ। ਐਂਟੀ ਸ਼ਬਦ ਦਾ ਮਤਲਬ ਹੁੰਦਾ ਹੈ ਉਲਟ। ਐਂਟੀ ਸ਼ਬਦ ਦਾ ਮਤਲਬ ਕੀ ਹੁੰਦਾ ਜੀ, ਵਿਰੋਧੀ। ਠੀਕ ਹੈ ਜੀ। ਐਂਟੀ ਸ਼ਬਦ ਕੀ ਹੋ ਗਿਆ, ਵਿਰੋਧੀ। ਇਹਦੇ ਵਿੱਚ ਕੀ ਹੋ ਗਿਆ, ਉਲਟਾ ਚੱਲੂਗਾ। ਜਿਹੜਾ ਹੋ ਗਿਆ ਕਲੌਕਵਾਈਜ਼, ਉਹਨੂੰ ਕੀ ਕਹਾਂਗੇ ਅਸੀਂ, ਕੀ ਕਹਾਂਗੇ ਕਲੌਕਵਾਈਜ਼, ਸਿੱਧਾ ਚੱਲਦਾ, ਕਲੌਕ ਦੀ ਤਰ੍ਹਾਂ ਚੱਲਦਾ। ਇਹ ਐਂਟੀ ਕਲੌਕ ਕੀ ਹੋ ਗਿਆ, ਕਲੌਕ ਤੋਂ ਉਲਟ ਦਿਸ਼ਾ ਦੇ ਵਿੱਚ ਚੱਲਦਾ। ਠੀਕ ਹੈ ਦੋਸਤੋ। ਅਗਰ ਗੱਲ ਕਰਾਂ ਹਿੰਦੀ ਦੇ ਵਿੱਚ ਜੇ ਤੁਹਾਨੂੰ ਆ ਜੇ ਜਿਹੜਾ ਹੁੰਦਾ ਕਲੌਕਵਾਈਜ਼, ਉਹਨੂੰ ਅਸੀਂ ਕੀ ਕਹਿਣਾਗੇ, ਉਹਨੂੰ ਅਸੀਂ ਕਹਿੰਦੇ ਬਾਮਾ ਬ੍ਰਤ। ਕੀ ਕਹਿੰਦੇ ਜੀ, ਬਾਮਾ
ਬ੍ਰਤ ਜਿਹੜਾ ਹੁੰਦਾ ਹੈ ਕਲੌਕਵਾਈਜ਼। ਠੀਕ ਹੈ ਜੀ, ਕਲੌਕਵਾਈਜ਼ ਨੂੰ ਕਲੌਕਵਾਈਜ਼ ਨੂੰ ਨਹੀਂ, ਇਹਨੂੰ ਆਪਾਂ ਐਂਟੀ ਕਲੌਕਵਾਈਜ਼ ਨੂੰ ਕਹਿੰਦੇ ਆ ਵਾਮਾਵ੍ਰਤ। ਵਾਮਾਵ੍ਰਤ ਨੂੰ ਕੀ ਕਹਿੰਦੇ ਆਪਾਂ? ਐਂਟੀ ਕਲੌਕਵਾਈਜ਼ ਕਹਿੰਦੇ ਹੈਗੇ। ਪਰ ਜਿਹੜਾ ਕਲੌਕਵਾਈਜ਼ ਹੁੰਦਾ ਹੈਗਾ, ਕਲੌਕਵਾਈਜ਼ ਨੂੰ ਕੀ ਕਹਿੰਦੇ ਆਪਾਂ? दक्षिण। हाँ, दक्षिण व्रत। क्लॉकवाइज ਨੂੰ ਆਪਾਂ ਕਹਿੰਦੇ ਹਾਂ दक्षिण व्रत। ठीक है जी, दक्षिण व्रत ਇਹ ਹੋ ਗਿਆ ਸਾਡੇ ਕੋਲੇ ਕਲੌਕਵਾਈਜ਼। ਹਿੰਦੀ ਦੇ ਵਿੱਚ ਆਉਂਦਾ, ਵੈਸੇ ਤੁਹਾਨੂੰ ਸਵਾਲ ਹੈ ਜਿਹੜਾ ਪੰਜਾਬੀ ਔਰ ਇੰਗਲਿਸ਼ ਮੀਡੀਅਮ ਦੇ ਵਿੱਚ ਆਊਗਾ। ਇੰਗਲਿਸ਼ ਮੀਡੀਅਮ ਦੇ ਵਿੱਚ ਕੀ ਆਊਗਾ? ਕਲੌਕਵਾਈਜ਼ ਔਰ ਐਂਟੀ ਕਲੌਕਵਾਈਜ਼। ਪੰਜਾਬੀ ਦੇ ਵਿੱਚ ਜੇ ਗੱਲ ਕਰੋ ਤਾਂ ਕੀ ਕਹੋਗੇ ਜੀ? ਤਾਂ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਕਲੌਕ ਦੀ ਤਰ੍ਹਾਂ ਘੁੰਮਦਾ, ਜਾਂ ਆਪਾਂ ਕਹੇ ਕਲੌਕ ਤੋਂ ਉਲਟ ਦਿਸ਼ਾ ਦੇ ਵਿੱਚ ਘੁੰਮਦਾ। ਪੰਜਾਬੀ ਦੇ ਵਿੱਚ ਆਪਾਂ ਇਹਨਾਂ ਨੂੰ ਇਹ ਚੀਜ਼ ਕਹਿ ਸਕਦੇ ਹਾਂ। ਠੀਕ ਹੈ ਜੀ, ਚਲੋ ਬਹੁਤਾ ਸਮਾਂ ਨਹੀਂ ਲੈਂਦੇ ਆਪਾਂ, ਹੁਣ ਸਵਾਲਾਂ ਦੀ ਗੱਲ ਕਰਦੇ ਹਾਂ। ਠੀਕ ਹੈ ਦੋਸਤੋ, ਮਿਲਦੇ ਆਪਾਂ ਸਵਾਲ ਲਿਖਣ ਤੋਂ ਬਾਅਦ। ਹਾਂਜੀ ਦੋਸਤੋ, ਸਵਾਲ ਹੈ ਜੀ ਤੁਹਾਡੇ ਵਾਸਤੇ। ਕੀ ਕਹਿੰਦਾ ਸਵਾਲ? ਇੱਕ ਵਾਰ ਪਹਿਲਾਂ ਪੜ੍ਹ ਲੈਂਦੇ ਆ। ਇੱਕ ਵਿਅਕਤੀ ਦੱਖਣ ਵੱਲ ਮੂੰਹ ਕਰਕੇ ਖੜਾ ਹੈ। ਸਭ ਤੋਂ ਪਹਿਲੀ ਲਾਈਨ ਕੀ ਕਹਿੰਦਾ? ਇੱਕ ਵਿਅਕਤੀ ਦੱਖਣ ਵੱਲ ਮੂੰਹ ਕਰਕੇ ਖੜਾ ਹੈ। ਸਭ ਤੋਂ ਪਹਿਲਾਂ ਕੀ ਕਰਾਂਗੇ ਅਸੀਂ ਬਣਾਵਾਂਗੇ ਦਿਸ਼ਾਵਾਂ ਬਣਾ ਲੀਆਂ। ਇੱਥੇ ਬਣਾ ਕੇ ਚੱਲੂਗਾ ਨਾਰਥ, ਇੱਥੇ ਬਣਾ ਕੇ ਚੱਲੂ ਈਸਟ, ਇੱਥੇ ਬਣਾ ਕੇ ਚੱਲੂ ਵੈਸਟ, ਇੱਥੇ ਬਣਾ ਕੇ ਚੱਲੂ ਸਾਊਥ। ਠੀਕ ਹੈ ਦੋਸਤੋ, ਇਹਦੇ ਵਿੱਚ ਕੀ ਕਹਿੰਦਾ ਜੀ? ਇੱਕ ਵਿਅਕਤੀ ਦੱਖਣ ਵੱਲ ਮੂੰਹ ਕਰਕੇ ਖੜਾ ਹੈ। ਦੱਖਣ ਵੱਲ ਮੂੰਹ ਕਰਕੇ ਖੜਾ ਮਤਲਬ ਕਿ ਦੱਖਣ ਕਿੱਧਰ ਹੋ ਗਿਆ ਜੀ? ਉੱਤਰ ਤੋਂ ਉਲਟ ਦਿਸ਼ਾ ਦੇ ਵਿੱਚ ਦੱਖਣ ਹੋ ਗਿਆ। ਕੀ ਕਹਿ ਸਕਦੇ ਆਪਾਂ? ਇੱਥੋਂ ਬੰਦਾ ਇਸ ਦਿਸ਼ਾ ਦੇ ਵਿੱਚ ਮੂੰਹ ਕਰਕੇ ਖੜਾ ਹੈ। ਉਰੇ ਤੱਕ ਕਲੀਅਰ ਹੋ ਰਿਹਾ? ਬੰਦਾ ਕਿਹੜੀ ਦਿਸ਼ਾ ਦੇ ਵਿੱਚ ਮੂੰਹ ਕਰਕੇ ਖੜਾ? ਦੱਖਣ ਦਿਸ਼ਾ ਦੇ ਵਿੱਚ। ਸਾਊਥ ਕਹਿ ਸਕਦੇ ਇਹਨੂੰ ਆਪਾਂ, ਦੱਖਣ ਦਿਸ਼ਾ ਦੇ ਵਿੱਚ। ਠੀਕ ਹੈ ਜੀ, ਉਸ ਤੋਂ ਬਾਅਦ ਉਹ ਘੜੀ ਦੀ ਉਲਟ ਦਿਸ਼ਾ ਵੱਲ 90 ਡਿਗਰੀ ਘੁੰਮਦਾ ਹੈ। ਹੁਣ ਜੇ ਤੁਸੀਂ ਕਹੋ ਜੀ ਘੜੀ ਕਿਵੇਂ ਚੱਲਦੀ ਹੈ? ਘੜੀ ਚੱਲਦੀ ਹੈ ਇਸ ਤਰ੍ਹਾਂ। ਇਹ ਕਿਵੇਂ ਘੁੰਮਦਾ ਜੀ? ਇਹ ਚੱਲਦਾ ਘੜੀ ਤੋਂ ਉਲਟ ਦਿਸ਼ਾ ਦੇ ਵਿੱਚ, ਮਤਲਬ ਕਿ ਇਸ ਦਿਸ਼ਾ ਦੇ ਵਿੱਚ ਚੱਲਦਾ ਹੈ। ਕਿੰਨਾ ਘੁੰਮਦਾ ਜੀ? 90 ਡਿਗਰੀ। ਹੁਣ ਦੋਸਤੋ ਆਹ ਕਿੰਨਾ ਕੋਣ ਹੋ ਗਿਆ? ਇਹ ਕੋਣ ਹੋ ਗਿਆ ਸਾਡੇ ਕੋਲ 90 ਡਿਗਰੀ ਦਾ। ਇਟ ਮੀਨਸ ਉਹ ਇਸ ਦਿਸ਼ਾ ਦੇ ਵਿੱਚ ਘੁੰਮਿਆ, ਮਤਲਬ ਕਿ ਉਹ ਕੀ ਕਹਾਂਗੇ ਜੀ? ਬੰਦੇ ਦਾ ਮੂੰਹ ਇੱਥੇ ਆ ਗਿਆ। ਕਲੀਅਰ ਹੈ ਦੋਸਤੋ? ਕਿੰਨਾ ਡਿਗਰੀ ਘੁੰਮਿਆ? 90 ਡਿਗਰੀ। 90 ਡਿਗਰੀ ਕਿੰਨਾ? ਉਲਟ ਦਿਸ਼ਾ ਦੇ ਵਿੱਚ। ਘੜੀ ਦੀ ਉਲਟ ਦਿਸ਼ਾ। ਘੜੀ ਦੀ ਉਲਟ ਦਿਸ਼ਾ ਕਿੱਧਰ ਨੂੰ ਹੋ ਗਈ? ਇਸ ਤਰ੍ਹਾਂ ਨੂੰ ਹੋ ਗਈ। ਔਰ ਬੰਦੇ ਦਾ ਮੂੰਹ ਕਿੱਥੇ ਆ ਗਿਆ? ਇਸ ਦਿਸ਼ਾ ਦੇ ਵਿੱਚ ਉਹਦਾ ਮੂੰਹ ਆ ਗਿਆ। ਠੀਕ ਹੈ ਜੀ, ਉਮੀਦ ਕਰਦਾ ਉਰ ਤੱਕ ਸਮਝ ਲੱਗਿਆ ਹੋਊਗਾ। ਫਿਰ ਘੜੀ ਦੀ ਦਿਸ਼ਾ ਵੱਲ 180 ਡਿਗਰੀ ਘੁੰਮਦਾ ਹੈ। ਘੜੀ ਦੀ ਦਿਸ਼ਾ, ਹੁਣ ਘੜੀ ਕਿਵੇਂ ਚੱਲਦੀ ਹੈ? ਘੜੀ ਚੱਲਦੀ ਹੈ ਜੀ ਇਸ ਤਰ੍ਹਾਂ। ਘੜੀ ਦੀ ਦਿਸ਼ਾ ਵੱਲ ਕਿੰਨਾ ਘੁੰਮਦਾ? 180 ਡਿਗਰੀ। ਹੁਣ ਦੋਸਤੋ ਇੱਥੋਂ ਚੱਲਿਆ ਘੜੀ ਦੀ ਦਿਸ਼ਾ ਵੱਲ 90 ਡਿਗਰੀ ਉਰ ਤੱਕ ਹੋ ਗਿਆ। ਫਿਰ 90 ਡਿਗਰੀ ਉਰੇ ਹੋ ਗਿਆ, ਮਤਲਬ ਕਿ ਇਹ ਕਿੰਨਾ ਚੱਲ ਗਿਆ? ਪੂਰੇ ਦਾ ਪੂਰਾ 180 ਡਿਗਰੀ। ਹੁਣ ਕਿੱਧਰ ਕਹਾਂਗੇ ਜੀ? ਬੰਦੇ ਦਾ ਮੂੰਹ ਕਿੱਧਰ ਆ ਗਿਆ? ਇਸ ਦਿਸ਼ਾ ਵੱਲ ਮੂੰਹ ਆ ਗਿਆ। ਤਾਂ ਆਪਾਂ ਕੀ ਕਹਾਂਗੇ? ਬੰਦਾ ਇਸ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ। ਹੁਣ ਅੱਗੇ ਦੇਖੋ, ਹੁਣ ਉਹ ਕਿਸ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ? ਤਾਂ ਦੋਸਤੋ ਕੀ ਕਹਿ ਸਕਦੇ ਆਪਾਂ? ਉਹ ਬੰਦਾ ਪੱਛਮ ਵੱਲ ਮੂੰਹ ਕਰਕੇ ਖੜਾ ਹੈ। ਨਾਰਥ ਉੱਤਰ ਦਿਸ਼ਾ, ਪੂਰਬ ਦਿਸ਼ਾ, ਇਹ ਹੋ ਗਈ ਸਾਡੇ ਕੋਲੇ ਪੱਛਮ ਦਿਸ਼ਾ। ਠੀਕ ਹੈ ਜੀ, ਪੱਛਮ ਵੱਲ ਮੂੰਹ ਕਰਕੇ ਖੜਾ ਹੈ। ਉਮੀਦ ਕਰਦਾ ਦੋਸਤੋ ਸਮਝ ਲੱਗੀ ਹੋਊਗੀ। ਇੱਕ ਵਾਰ ਦੁਬਾਰਾ ਆਪਾਂ ਥੋੜੇ ਜਿਹੇ ਵਿੱਚ ਸਵਾਲ ਦੇ ਵਿੱਚ ਚੇਂਜਸ ਕਰਕੇ ਕਰਾਂਗੇ ਸਵਾਲ ਨੂੰ ਸੋਲਵ। ਸਵਾਲ ਨੂੰ ਸੋਲਵ ਕਰਦੇ ਹਾਂ ਚੇਂਜਸ ਕਰਕੇ। ਠੀਕ ਹੈ, ਇੱਕ ਵਾਰੀ ਇਹੀ ਚੀਜ਼ ਮੈਂ ਦੁਬਾਰਾ ਤੁਹਾਨੂੰ ਸਮਝਾ ਦਿੰਦਾ ਕਿ ਕੀ ਕਹਿੰਦਾ ਹੈ। ਦੁਬਾਰਾ ਦੇਖ ਲਓ ਇੱਕ ਵਾਰੀ। ਕਨਫਿਊਜ਼ਨ ਨਹੀਂ ਕਿਸੇ ਵੀ ਤਰ੍ਹਾਂ ਹੀ ਚਾਹੀਦੀ ਆਪਾਂ ਨੂੰ, ਤੁਹਾਨੂੰ ਕਲੀਅਰ ਹੋਣਾ ਚਾਹੀਦਾ ਮੈਟਰ। ਲਓ ਜੀ, ਆਹ ਚੀਜ਼ ਹੈਗੀ। ਇਹਨੂੰ ਕਹਾਂਗੇ ਉੱਤਰ ਦਿਸ਼ਾ, ਇਹਨੂੰ ਕਹਾਂਗੇ ਪੂਰਬ ਦਿਸ਼ਾ, ਇਹਨੂੰ ਕਹਾਂਗੇ ਪੱਛਮ ਦਿਸ਼ਾ, ਇਹਨੂੰ ਕਹਾਂਗੇ ਜੀ ਦੱਖਣ ਦਿਸ਼ਾ। ਲਓ ਜੀ, ਹੁਣ ਕਰਦੇ ਹਾਂ ਸਵਾਲ ਨੂੰ ਸੋਲਵ। ਇੱਕ ਵਿਅਕਤੀ ਦੱਖਣ ਵੱਲ ਮੂੰਹ ਕਰਕੇ ਖੜਾ ਹੈ। ਖੜਾ ਤਾਂ ਬੰਦਾ ਇੱਥੇ ਹੀ ਹੈ, ਪਰ ਮੂੰਹ ਕਿੱਧਰ ਹੈ? ਮੂੰਹ ਉਹਦਾ ਹੈਗਾ ਇਸ ਦਿਸ਼ਾ ਦੇ ਵਿੱਚ। ਮੂੰਹ ਕਿੱਧਰ ਹੈਗਾ? ਇਸ ਦਿਸ਼ਾ ਦੇ ਵਿੱਚ ਹੈ। ਤਾਂ ਆਪਾਂ ਥੋੜਾ ਜਿਹਾ ਇਹਨੂੰ ਵੱਡਾ ਕਰ ਲੈਣੇ ਹੈਗੇ, ਤੁਹਾਨੂੰ ਸਮਝ ਆ ਜਾਊਗਾ। ਖੜਾ ਕਿੱਥੇ ਹੈ? ਖੜਾ ਤਾਂ ਜੀ ਸੈਂਟਰ ਪੁਆਇੰਟ ਤੇ ਹੈ। ਖੜਾ ਤਾਂ ਉਹ ਇਸ ਜਗ੍ਹਾ ਤੇ ਹੈ, ਪਰ ਉਹਦਾ ਜਿਹੜਾ ਮੂੰਹ ਹੈ ਉਹ ਕਿਸ ਦਿਸ਼ਾ ਦੇ ਵਿੱਚ ਹੈਗਾ? ਮੂੰਹ ਹੈਗਾ ਉਹਦਾ ਦੱਖਣ ਦਿਸ਼ਾ ਵੱਲ। ਠੀਕ ਹੈ ਜੀ, ਕਿੱਥੇ ਲਿਖਿਆ ਹੋਇਆ? ਇਹ ਲਿਖਿਆ ਹੋਇਆ ਜੀ ਦੱਖਣ ਵੱਲ ਮੂੰਹ ਕਰਕੇ ਖੜਾ ਹੈ। ਉਹ ਘੜੀ ਦੀ ਉਲਟ ਦਿਸ਼ਾ ਦੇ ਵੱਲ 90 ਡਿਗਰੀ ਘੁੰਮਦਾ ਹੈ। ਹੁਣ ਘੜੀ ਆਪਣੀ ਚੱਲਦੀ ਹੁੰਦੀ ਹੈ ਇਸ ਦਿਸ਼ਾ ਦੇ ਵਿੱਚ, ਤੇ ਉਹ ਕਿੱਧਰ ਨੂੰ ਘੁੰਮਦਾ ਜੀ? ਘੜੀ ਤੋਂ ਉਲਟ ਦਿਸ਼ਾ ਵੱਲ। ਲਓ ਜੀ, ਇੱਥੋਂ ਘੁੰਮਿਆ 90 ਡਿਗਰੀ, ਇਹ ਹੋ ਗਿਆ ਸਾਡੇ ਕੋਲ 90 ਡਿਗਰੀ। ਇਟ ਮੀਨਸ ਮੈਂ ਕੀ ਕਹੂੰਗਾ ਜੀ? ਉਹਦਾ ਬੰਦੇ ਦਾ ਮੂੰਹ ਕਿਸ ਦਿਸ਼ਾ ਦੇ ਵਿੱਚ ਹੈਗਾ? ਇਸ ਦਿਸ਼ਾ ਦੇ ਵਿੱਚ ਬੰਦੇ ਦਾ ਮੂੰਹ ਹੈ ਜੀ। ਠੀਕ ਹੈ ਜੀ, ਇਸ ਦਿਸ਼ਾ ਦੇ ਵਿੱਚ ਬੰਦੇ ਦਾ ਮੂੰਹ ਹੈ। ਉਹਦਾ ਫਿਰ ਘੜੀ ਦੀ ਦਿਸ਼ਾ ਵੱਲ 180 ਡਿਗਰੀ ਘੁੰਮਦਾ ਹੈ। ਇੱਥੋਂ ਘੜੀ ਦੀ ਦਿਸ਼ਾ ਵੱਲ, ਘੜੀ ਦੀ ਦਿਸ਼ਾ ਜਿਵੇਂ ਆਪਣਾ ਵਾਲ ਕਲੌਕ ਚੱਲਦਾ ਹੈ। ਲਓ ਜੀ, ਇੱਥੋਂ ਉਹ 90 ਡਿਗਰੀ ਇੱਧਰ ਨੂੰ ਆਇਆ, ਫਿਰ 90 ਡਿਗਰੀ ਅੱਗੇ ਆਇਆ। ਠੀਕ ਹੈ ਜੀ, ਜਿੱਥੇ 180 ਡਿਗਰੀ ਆ ਜਾਏ ਦੋਸਤੋ, ਉੱਥੋਂ ਕੀ ਕਰਨਾ? ਸਿੱਧੀ ਲਾਈਨ ਦੇਖ ਲਿਆ ਕਰੋ, ਕਿਉਂਕਿ ਸਿੱਧੀ ਲਾਈਨ ਕਿੰਨੇ ਡਿਗਰੀ ਦੀ ਹੁੰਦੀ ਹੈ? ਸਿੱਧੀ ਲਾਈਨ ਹੁੰਦੀ ਹੈ ਸਾਡੇ ਕੋਲੇ
180 डिग्री की होंगी है। ठीक है जी, तो बंदे का मूँह किधर आ गया जी, हुण बंदे का मूँह इस दिशा वाल आ गया। हुण की कह सकते हैं हुण वो किस दिशा वाल मूँह करके खड़ा है, वो पश्चिम दिशा वाल मूँह करके खड़ा है। ठीक है दोस्तों, किहड़ी दिशा वाल मूँह करके खड़ा है, पश्चिम दिशा वाल मूँह करके खड़ा है। ਇਹਦੇ ਵਿੱਚ ਜੇ ਆਪਾਂ ਥੋੜੀ ਜੀ ਸਟੇਟਮੈਂਟ ਨੂੰ ਚੇਂਜ ਕਰ ਦਈਏ, ਇੱਥੇ ਉਹ ਦੱਖਣ ਵੱਲ ਮੂੰਹ ਕਰਕੇ ਖੜਾ ਹੈ, ਇਹਨੂੰ ਮੈਂ ਕਹਿਦਾ ਜੀ ਉਹ ਉੱਤਰ ਵੱਲ ਮੂੰਹ ਕਰਕੇ ਖੜਾ ਹੈ। ਇੱਥੇ ਮੈਂ ਕਹਿਦਾ ਉੱਤਰ ਵੱਲ ਮੂੰਹ ਕਰਕੇ ਖੜਾ ਹੈ। ਇੱਥੇ ਜਿੱਥੇ ਲਿਖਿਆ ਹੈ ਜੀ 90 ਡਿਗਰੀ ਘੁੰਮਦਾ ਹੈ, ਇੱਥੇ ਮੈਂ ਕਹਿ ਦਿੰਦਾ ਜੀ ਉਹ 180 ਡਿਗਰੀ ਘੁੰਮਦਾ ਹੈ। ਜਿੱਥੇ ਲਿਖਿਆ ਹੈ ਜੀ ਘੜੀ ਦੀ ਦਿਸ਼ਾ ਵੱਲ 180 ਘੁੰਮਦਾ ਹੈ, ਉੱਥੇ ਮੈਂ ਲਿਖ ਦਿੰਦਾ ਜੀ 90 ਡਿਗਰੀ ਘੁੰਮਦਾ। ਲਓ ਜੀ, ਉੱਥੇ ਮੈਂ ਲਿਖ ਦਿੰਦਾ 90 ਡਿਗਰੀ ਘੁੰਮਦਾ। ਹੁਣ ਸਵਾਲ ਨੂੰ ਸੋਲਵ ਕਰਕੇ ਦੇਖਦੇ ਹਾਂ ਕੀ ਕਹਿੰਦਾ। ਇੱਕ ਵਿਅਕਤੀ ਉੱਤਰ ਵੱਲ ਮੂੰਹ ਕਰਕੇ ਖੜਾ ਹੈ। ਲਓ ਜੀ, ਨਾਰਥ, ਈਸਟ, ਵੈਸਟ, ਸਾਊਥ, ਕਿੱਧਰ ਨੂੰ ਮੂੰਹ ਕਰਕੇ ਖੜਾ ਜੀ, ਉੱਤਰ ਦਿਸ਼ਾ ਵੱਲ ਖੜਾ ਤਾਂ ਇਸੇ ਜਗ੍ਹਾ ਤੇ ਹੈ, ਖੜਾ ਸੈਂਟਰ ਪੁਆਇੰਟ ਤੇ, ਚੱਲਿਆ ਕਿਤੇ ਨਹੀਂ, ਬਸ ਉਹਦਾ ਜਿਹੜਾ ਮੂੰਹ ਹੈ ਉਹ ਇਸ ਦਿਸ਼ਾ ਦੇ ਵੱਲ ਮੂੰਹ ਹੈ। ਠੀਕ ਹੈ ਜੀ, ਕਿੱਧਰ ਨੂੰ ਮੂੰਹ ਹੈ, ਉੱਤਰ ਵੱਲ ਮੂੰਹ ਕਰਕੇ ਖੜਾ ਹੈ। ਉਹ ਘੜੀ ਦੀ ਉਲਟ ਦਿਸ਼ਾ ਦੇ ਵਿੱਚ 180 ਡਿਗਰੀ ਘੁੰਮਦਾ। ਘੜੀ ਕਿਵੇਂ ਚੱਲਦੀ ਹੈ, ਘੜੀ ਚੱਲਦੀ ਹੈ ਜੀ ਇਸ ਦਿਸ਼ਾ ਦੇ ਵਿੱਚ, ਪਰ ਉਹ ਘੜੀ ਦੀ ਉਲਟ ਦਿਸ਼ਾ ਦੇ ਵਿੱਚ। ਠੀਕ ਹੈ ਜੀ, ਘੜੀ ਦੀ ਉਲਟ ਦਿਸ਼ਾ ਦੇ ਵਿੱਚ ਕਿੰਨਾ ਚੱਲਦਾ 180, ਇਹ ਕਿੰਨਾ ਹੋ ਗਿਆ 90, ਉਸ ਤੋਂ ਬਾਅਦ ਫੇਰ ਆਹ 90 ਕਿੰਨਾ ਹੋ ਗਿਆ 180। ਇਟ ਮੀਨਸ ਉਹਦਾ ਮੂੰਹ ਕਿੱਧਰ ਆ ਗਿਆ ਜੀ, ਉਹਦਾ ਮੂੰਹ ਆ ਗਿਆ ਸਾਡੇ ਕੋਲੇ ਹੁਣ ਦੱਖਣ ਦਿਸ਼ਾ ਦੇ ਵੱਲ। ਉਸ ਤੋਂ ਬਾਅਦ ਜੀ ਫਿਰ ਉਹ ਘੜੀ ਦੀ ਦਿਸ਼ਾ ਵੱਲ 90 ਡਿਗਰੀ ਘੁੰਮਦਾ ਹੈ। ਘੜੀ ਦੀ ਦਿਸ਼ਾ ਕਿੱਧਰ ਨੂੰ ਹੋ ਗਈ, ਘੜੀ ਜਿੱਧਰ ਨੂੰ ਘੜੀ ਇਸ ਤਰ੍ਹਾਂ ਚੱਲਦੀ ਹੈ, ਆਪਾਂ ਨੂੰ ਪਤਾ ਕਿ ਘੜੀ ਆਪਣੀ ਇਸ ਤਰ੍ਹਾਂ ਚੱਲਦੀ ਹੈ, ਤਾਂ ਉਹ ਇੱਧਰ ਨੂੰ ਮੂੰਹ ਹੈ, ਇੱਥੋਂ ਫਿਰ ਵਾਪਸ ਹੋ ਕੀ ਹੋ ਗਿਆ ਜੀ 90 ਡਿਗਰੀ ਚੱਲ ਪਿਆ। 90 ਡਿਗਰੀ ਘੁੰਮਿਆ ਤਾਂ ਉਹ ਕਿੱਥੇ ਆ ਗਿਆ ਦਾ ਮੂੰਹ, ਇਸ ਦਿਸ਼ਾ ਦੇ ਵਿੱਚ ਉਹਦਾ ਮੂੰਹ ਆ ਗਿਆ ਬੰਦੇ ਦਾ। ਠੀਕ ਹੈ ਦੋਸਤੋ, ਉਮੀਦ ਕਰਦਾ ਸਮਝ ਲੱਗੀ ਹੋਊਗੀ। ਹੁਣ ਉਹ ਕਿਸ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ, ਤਾਂ ਕੀ ਕਹਾਂਗੇ ਜੀ ਉਹ ਦੱਖਣ ਦਿਸ਼ਾ ਵੱਲ, ਸੌਰੀ ਪੂਰਬ ਪੱਛਮ ਦਿਸ਼ਾ ਵੱਲ, ਵੈਸਟ, ਵੈਸਟ ਕੀ ਕਹਾਂਗੇ ਆਪਾਂ ਪੱਛਮ ਦਿਸ਼ਾ। ਕਿਹੜੀ ਦਿਸ਼ਾ ਵੱਲ ਮੂੰਹ ਕਰਕੇ ਖੜਾ ਜੀ, ਪੱਛਮ ਦਿਸ਼ਾ ਵੱਲ ਮੂੰਹ ਕਰਕੇ ਖੜਾ। ਠੀਕ ਹੈ ਦੋਸਤੋ, ਸਮਝ ਲੱਗੀ। ਇਹਦੇ ਵਿੱਚ ਮੈਂ ਥੋੜੀ ਸਟੇਟਮੈਂਟ ਚੇਂਜ ਕਰ ਦਾਂਗਾ ਤੇ ਤੁਸੀਂ ਸਵਾਲ ਨੂੰ ਸੋਲਵ ਕਰਿਓ ਇਹਨੂੰ। ਇਸ ਤੋਂ ਬਾਅਦ ਮੈਂ ਸਵਾਲ ਦੇ ਵਿੱਚ ਥੋੜੀ ਸਟੇਟਮੈਂਟ ਚੇਂਜ ਕਰ ਰਿਹਾ ਹੈਗਾ। ਇੱਕ ਵਿਅਕਤੀ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ, ਦੱਖਣ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ। ਉਹ ਘੜੀ ਦੀ ਉਲਟ ਦਿਸ਼ਾ ਦੇ ਵਿੱਚ 135 ਡਿਗਰੀ ਘੁੰਮਦਾ ਹੈ, 135 ਡਿਗਰੀ ਘੁੰਮਦਾ ਹੈ। ਫਿਰ ਉਹ ਘੜੀ ਦੀ ਉਲਟ ਦਿਸ਼ਾ ਦੇ ਵਿੱਚ 180 ਡਿਗਰੀ, ਘੜੀ ਦੀ ਦਿਸ਼ਾ ਦੇ ਵਿੱਚ 180 ਡਿਗਰੀ ਘੁੰਮਦਾ। ਹੁਣ ਉਹ ਕਿਸ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ। ਠੀਕ ਹੈ ਦੋਸਤੋ, ਇਹ ਸਵਾਲ ਜਿਹੜਾ ਤੁਸੀਂ ਸੋਲਵ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਉੱਤਰ ਦੇਣਾ। ਠੀਕ ਹੈ ਜੀ, ਸਮਝ ਲੱਗੀ ਹੋਣੀ। ਇੱਕ ਵਿਅਕਤੀ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ, ਉਹ ਘੜੀ ਦੀ ਉਲਟ ਦਿਸ਼ਾ ਵੱਲ 135 ਡਿਗਰੀ ਘੁੰਮਦਾ ਹੈ। ਫਿਰ ਘੜੀ ਦੀ ਦਿਸ਼ਾ ਵੱਲ 180 ਡਿਗਰੀ ਘੁੰਮਦਾ ਹੈ। ਹੁਣ ਉਹ ਕਿਸ ਦਿਸ਼ਾ ਦੇ ਵਿੱਚ ਮੂੰਹ ਕਰਕੇ ਖੜਾ ਹੈ। ਠੀਕ ਹੈ ਦੋਸਤੋ, ਇਹ ਸਵਾਲ ਤੁਸੀਂ ਸੋਲਵ ਕਰਨਾ। ਮਿਲਦੇ ਆਪਾਂ ਅਗਲੇ ਸਵਾਲ ਤੋਂ ਬਾਅਦ। ਹਾਂਜੀ ਦੋਸਤੋ, ਨੈਕਸਟ ਕੁਐਸਚਨ ਹੈ ਤੁਹਾਡੇ ਵਾਸਤੇ। ਸ਼ਾਮ ਉੱਤਰ ਪੱਛਮ ਦਿਸ਼ਾ ਵਿੱਚ ਮੂੰਹ ਕਰਕੇ ਖੜਾ ਹੈ। ਠੀਕ ਹੈ ਜੀ, ਸ਼ਾਮ ਉੱਤਰ ਪੱਛਮ ਦਿਸ਼ਾ ਦੇ ਵਿੱਚ। ਹੁਣ ਇਹ ਨਾ ਕਹੋ ਵੀ ਉੱਤਰ ਵੱਲ ਹੀ ਮੂੰਹ ਹੈ, ਪੱਛਮ ਵੱਲ ਵੀ ਮੂੰਹ ਹੈ। ਨਹੀਂ ਜੀ, ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਇੱਕ ਚੀਜ਼ ਕਲੀਅਰ ਕੀਤੀ ਹੋਈ ਹੈ ਕਿ ਉੱਤਰ ਪੱਛਮ ਹੁੰਦਾ ਕੀ ਹੈ। ਇਹਨੂੰ ਅਸੀਂ ਕਹਿੰਦੇ ਉੱਤਰ ਦਿਸ਼ਾ, ਇਹ ਪਤਾ ਹੈ। ਇਹਨੂੰ ਕਹਿੰਦੇ ਅਸੀਂ ਪੂਰਬ ਦਿਸ਼ਾ, ਇਹਨੂੰ ਅਸੀਂ ਕਹਿੰਦੇ ਪੱਛਮ ਦਿਸ਼ਾ, ਇਹਨੂੰ ਅਸੀਂ ਕਹਿੰਦੇ ਦੱਖਣ ਦਿਸ਼ਾ। ਠੀਕ ਹੈ ਜੀ, ਉਰ ਤੱਕ ਤਾਂ ਤੁਹਾਨੂੰ ਪਤਾ ਹੀ ਹੈ, ਦਿਸ਼ਾਵਾਂ ਦਾ ਤੁਹਾਨੂੰ ਕਲੀਅਰ ਹੈ। ਹੁਣ ਉੱਤਰ ਪੱਛਮ ਦਿਸ਼ਾ, ਜਿਹੜਾ ਦੋਸਤੋ ਇਹ ਵਾਲਾ ਏਰੀਆ ਆ ਗਿਆ, ਇਹਨੂੰ ਅਸੀਂ ਕੀ ਕਹਾਂਗੇ, ਉੱਤਰ ਪੱਛਮ ਦਿਸ਼ਾ ਕਹਾਂਗੇ। ਜੇ ਆਪਾਂ ਕਹੀਏ ਸਿੱਧੀ ਲਾਈਨ ਇਹ ਵਾਲੀ ਆ ਗਈ, ਇਹਨੂੰ ਕਹਾਂਗੇ ਅਸੀਂ ਉੱਤਰ ਦਿਸ਼ਾ। ਜੇ ਆ ਇੱਧਰ ਨੂੰ ਆ ਗਈ ਨੀਚੇ ਨੂੰ ਸਿੱਧੀ ਲਾਈਨ, ਕਹਾਂਗੇ ਦੱਖਣ ਦਿਸ਼ਾ। ਉਸ ਤੋਂ ਬਾਅਦ ਜਿਵੇਂ ਇੱਧਰ ਨੂੰ ਆ ਗਈ ਸਿੱਧੀ ਲਾਈਨ, ਇਹਨੂੰ ਕਹਾਂਗੇ ਪੱਛਮ ਦਿਸ਼ਾ। ਇਸ ਤੋਂ ਬਾਅਦ ਇੱਧਰ ਸਿੱਧੀ ਲਾਈਨ ਆ ਗਈ, ਇਹਨੂੰ ਕਹਾਂਗੇ ਅਸੀਂ ਪੂਰਬ ਦਿਸ਼ਾ। ਹੁਣ ਜੇ ਮੈਂ ਗੱਲ ਕਰਾਂ ਜੀ ਇਹਦੇ ਵਿਚਕਾਰਲਾ ਏਰੀਆ, ਉੱਤਰ ਤੇ ਪੱਛਮ ਦੇ ਵਿਚਕਾਰਲਾ ਏਰੀਆ ਕੀ ਕਹਾਂਗੇ ਇਹਨੂੰ ਅਸੀਂ, ਇਹਨੂੰ ਕਹਾਂਗੇ ਉੱਤਰ ਪੱਛਮ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਇੱਧਰਲਾ ਏਰੀਆ ਆ ਗਿਆ, ਇਹਨੂੰ ਕੀ ਕਹਾਂਗੇ ਉੱਤਰ ਪੂਰਬ। ਠੀਕ ਹੈ ਜੀ, ਕੀ ਕਹਾਂਗੇ ਉੱਤਰ ਪੂਰਬ। ਇਸੇ ਤਰ੍ਹਾਂ ਹੀ ਜੇ ਇਹ ਵਾਲਾ ਏਰੀਆ ਆ ਗਿਆ ਦੋਸਤੋ, ਇਹਨੂੰ ਕੀ ਕਹਾਂਗੇ ਪੱਛਮ ਦੱਖਣ। ਕੀ ਕਹਾਂਗੇ ਪੱਛਮ ਦੱਖਣ, ਪੱਛਮ ਦੱਖਣ। ਜੇ ਇਸੇ ਤਰ੍ਹਾਂ ਹੀ ਇੱਧਰ ਵਾਲਾ ਏਰੀਆ ਵਿਚਾਲੇ ਆ ਗਿਆ, ਇਹਨੂੰ ਕੀ ਕਹਾਂਗੇ ਦੱਖਣ ਪੂਰਬ ਜਾਂ ਪੂਰਬ ਦੱਖਣ। ਠੀਕ ਹੈ ਜੀ, ਦੱਖਣ ਪੂਰਬ ਜਾਂ ਪੂਰਬ ਦੱਖਣ। ਠੀਕ ਹੈ ਜੀ, ਉਮੀਦ ਕਰਦਾ ਸਮਝ ਲੱਗੀ ਹੋਊਗੀ। ਇਹ ਜਿਹੜਾ ਇਹਦੇ ਵਿਚਕਾਰ ਆ ਗਿਆ, ਵਿਚਕਾਰ ਕਿਤੇ ਵੀ ਆ ਸਕਦਾ, ਇੱਥੇ ਵੀ ਆ ਸਕਦਾ, ਇੱਥੇ ਵੀ ਆ ਸਕਦਾ, ਇੱਥੇ ਵੀ ਆ ਸਕਦਾ, ਇੱਥੇ ਵੀ ਕਿਤੇ ਵੀ ਆ ਸਕਦਾ। ਇਹਨੂੰ ਕੀ ਕਹਾਂਗੇ ਉੱਤਰ ਪੱਛਮ ਕਹਾਂਗੇ। ਠੀਕ ਹੈ ਦੋਸਤੋ, ਦੇਖੋ ਕਿਵੇਂ ਸੋਲਵ ਕਰਨਾ ਸਵਾਲ ਇਹ। ਉਲਝਣਾ ਨਹੀਂ ਹੈਗਾ ਇਹਦੇ ਵਿੱਚ, ਬਿਲਕੁਲ ਬੇਸਿਕ ਸਵਾਲ ਨਹੀਂ। ਕੀ ਕਹਿੰਦਾ ਦੇਖੋ ਸਵਾਲ, ਉੱਤਰ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ।
मतलब कि उत्तर पूरब पश्चिम ते दक्षिण किधर मुंह करके खड़ा जी, उत्तर पश्चिम दिशा वाल मुंह करके खड़ा। मतलब कि खड़ा तो बंदा इत्थे ही है, मुंह कित्थे है जी, मुंह ਅਸੀਂ ਕਹਾਂਗੇ जी उत्तर पश्चिम दिशा ਦੇ ਵਿੱਚ। ਸੈਂਟਰ ਪੁਆਇੰਟ ਤੇ ਕਹਿ ਕੇ ਚੱਲਾਂਗੇ ਵੀ ਇਹਦੇ ਵਿਚਕਾਰ ਮੂੰਹ ਕਰਕੇ ਖੜਾ ਹੈਗਾ, ਉੱਤਰ ਤੇ ਪੱਛਮ ਦੇ ਵਿਚਾਲੇ ਉੱਤਰ ਪੱਛਮ ਦਿਸ਼ਾ ਦੇ ਵਿੱਚ ਮੂੰਹ ਕਰਕੇ ਖੜਾ ਹੈ। ਉਸ ਤੋਂ ਬਾਅਦ ਉਹ 90 ਡਿਗਰੀ ਘੜੀ ਦੀ ਦਿਸ਼ਾ ਵਿੱਚ, ਘੜੀ ਦੀ ਦਿਸ਼ਾ ਕਿਹੜੀ ਹੋਗੀ, ਜਿੱਧਰ ਨੂੰ ਘੜੀ ਘੁੰਮਦੀ ਹੈ। ਲਓ ਜੀ ਇਹ ਆ ਗਈ, ਇਸ ਤਰ੍ਹਾਂ ਘੁੰਮਦੀ ਹੈ ਸਾਡੀ ਘੜੀ, ਠੀਕ ਹੈ ਜੀ। ਉਹ 90 ਡਿਗਰੀ ਘੜੀ ਦੀ ਦਿਸ਼ਾ ਦੇ ਵਿੱਚ। ਹੁਣ ਇੱਥੋਂ ਉਰੇ ਤੱਕ 45 ਡਿਗਰੀ, ਕਿਉਂਕਿ ਇਹ ਪੂਰੇ ਦਾ ਪੂਰਾ ਕੋਣ ਕਿੰਨੇ ਦਾ ਹੁੰਦਾ ਹੈ, ਪੂਰੇ ਦਾ ਪੂਰਾ ਕੋਣ ਹੈ ਜਿਹੜਾ ਹੁੰਦਾ 90 ਡਿਗਰੀ ਦਾ। ਤੇ ਜੇ ਆਪਾਂ ਗੱਲ ਕਰੀਏ ਅੱਧਾ ਕੋਣ ਕਿੰਨੇ ਦਾ ਹੋ ਗਿਆ, ਅੱਧਾ ਹੋ ਗਿਆ ਸਾਡੇ ਕੋਲ 90 ਤੋਂ ਅੱਧਾ, ਮਤਲਬ ਕਿ 45 ਡਿਗਰੀ ਦਾ। ਕਹਿੰਦਾ ਜੀ 90 ਡਿਗਰੀ ਘੜੀ ਦੀ ਦਿਸ਼ਾ ਦੇ ਵਿੱਚ, ਤਾਂ ਆਪਾਂ ਉਰੇ ਕੀ ਕਹਾਂਗੇ 45 ਇਹ ਘੁੰਮ ਗਿਆ ਜੀ, ਉਸ ਤੋਂ 45 ਫੇਰ ਘੁੰਮ ਗਿਆ। ਮਤਲਬ ਕਿ ਉਹ ਬੰਦੇ ਦਾ ਮੂੰਹ ਕਿੱਥੇ ਆ ਗਿਆ, ਇਸ ਦਿਸ਼ਾ ਦੇ ਵਿੱਚ ਬੰਦੇ ਦਾ ਮੂੰਹ ਆ ਗਿਆ, ਠੀਕ ਹੈ ਜੀ। ਇਸ ਦਿਸ਼ਾ ਦੇ ਵਿੱਚ ਮੂੰਹ ਆ ਗਿਆ ਕਿਉਂਕਿ 90 ਡਿਗਰੀ ਉਹ ਘੜੀ ਦੀ ਦਿਸ਼ਾ ਦੇ ਵਿੱਚ ਘੁੰਮਿਆ। ਉਸ ਤੋਂ ਬਾਅਦ 135 ਡਿਗਰੀ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਘੁੰਮਿਆ, 135 ਘੁੰਮਿਆ। ਹੁਣ ਕੀ ਕਹੋਗੇ ਜੀ, ਫਿਰ ਵਾਪਸ, ਕਿਉਂਕਿ ਘੜੀ ਦੀ ਦਿਸ਼ਾ ਇਸ ਤਰ੍ਹਾਂ ਹੋਗੀ ਔਰ ਘੜੀ ਦੀ ਉਲਟ ਦਿਸ਼ਾ ਕਿਸ ਤਰ੍ਹਾਂ ਹੋਗੀ, ਉਲਟ ਹੋ ਗਿਆ ਜੀ। ਲਓ ਜੀ ਇੱਥੋਂ ਕਿੰਨਾ ਘੁੰਮਿਆਗਾ 135 ਡਿਗਰੀ। ਹੁਣ ਕੀ ਕਹੋਗੇ ਜੀ 90 ਦਾ ਇਹ ਵਾਪਸ ਘੁੰਮ ਗਿਆ, ਫਿਰ 45 ਹੋਰ ਘੁੰਮ ਗਿਆ। ਲਓ ਜੀ 135 ਡਿਗਰੀ ਹੋ ਗਿਆ, ਠੀਕ ਹੈ ਜੀ। ਪਹਿਲਾਂ 90 ਘੁੰਮਿਆ, ਫਿਰ 45 ਫੇਰ ਘੁੰਮਿਆ, ਕਿੰਨਾ ਹੋ ਗਿਆ 135 ਡਿਗਰੀ ਹੋ ਗਿਆ। ਲਓ ਜੀ ਹੁਣ ਕਿੱਧਰ ਮੂੰਹ ਆ ਗਿਆ ਬੰਦੇ ਦਾ, ਹੁਣ ਮੂੰਹ ਆ ਗਿਆ ਇਸ ਦਿਸ਼ਾ ਦੇ ਵਿੱਚ। ਕਿੱਥੇ ਮੂੰਹ ਆ ਗਿਆ, ਇਸ ਦਿਸ਼ਾ ਦੇ ਵਿੱਚ ਮੂੰਹ ਆ ਗਿਆ। ਹੁਣ ਕੀ ਕਹੋਗੇ, ਹੁਣ ਉਹ ਕਿਸ ਦਿਸ਼ਾ ਵੱਲ ਮੂੰਹ ਕਰਕੇ ਖੜਾ ਹੈ, ਕਿੱਧਰ ਮੂੰਹ ਕਰਕੇ ਖੜਾ ਦੋਸਤੋ, ਉਹ ਪੱਛਮ ਦਿਸ਼ਾ ਦੇ ਵਿੱਚ ਮੂੰਹ ਕਰਕੇ ਖੜਾ ਹੈ। ਥੋੜੀ ਮੈਂ ਸਟੇਟਮੈਂਟ ਚੇਂਜ ਕਰ ਦਿੰਦਾ, ਦੇਖਿਓ ਸਵਾਲ ਨੂੰ ਕੀ ਕਹਿੰਦਾ ਹੈਗਾ। ਥੋੜੀ ਜਿਹੀ ਆਪਾਂ ਸਟੇਟਮੈਂਟ ਚੇਂਜ ਕਰਦੇ ਹਾਂ। ਉਮੀਦ ਕਰਦਾ ਦੋਸਤੋ ਕਲੌਕਵਾਈਜ਼ ਤੇ ਐਂਟੀ ਕਲੌਕਵਾਈਜ਼ ਦੇ ਵਿੱਚ ਤੁਹਾਡੀ ਕਨਫਿਊਜ਼ਨ ਨਹੀਂ ਰਹੀ ਹੋਊਗੀ ਕਿਸੇ ਵੀ ਤਰ੍ਹਾਂ ਦੀ, ਠੀਕ ਹੈ ਜੀ। ਇੱਥੇ 135 ਡਿਗਰੀ ਰਹਿਣ ਦਿੰਦੇ ਆ, ਇੱਥੇ ਮੈਂ ਕਰ ਦਿੰਦਾ 270 ਡਿਗਰੀ ਕਰ ਦੋ, ਇੱਥੇ ਮੈਂ ਕਰ ਦਿੰਦਾ 270 ਡਿਗਰੀ ਕਰ ਦਿੰਦਾ। ਦੇਖੋ ਸਵਾਲ ਨੂੰ, ਉੱਤਰ ਪੱਛਮ ਦਿਸ਼ਾ ਦੀ ਜਗ੍ਹਾ ਤੇ ਮੈਂ ਪਾ ਦਿੰਦਾ ਜੀ ਉੱਤਰ ਪੂਰਬ, ਉੱਤਰ ਪੂਰਬ ਪਾ ਦਿੰਦਾ, ਉੱਤਰ ਪੂਰਬ, ਉੱਤਰ ਪੂਰਬ ਦਿਸ਼ਾ ਪਾਤੀ। ਲਓ ਜੀ ਕੀ ਕਹਿੰਦਾ ਸਵਾਲ, उत्तर पूर्व पश्चिम और दक्षिण। एक व्यक्ति शाम उत्तर पूर्व दिशा वाल मुंह करके खड़ा है, मतलब कि उत्तर ते पूर्व यह वाला एरिया हो गया। किधर मुंह करके खड़ा जी, इस दिशा दे विच मुंह करके वो खड़ा है, ठीक है जी। इस दिशा दे विच मुंह करके खड़ा है, वो 270 डिग्री घड़ी की दिशा दे विच। 270 कितना हुंदा जी 90, एक बारी घुमिया, फिर 90 घुमिया, फिर 90 घुमिया। देखो जोड़ के कितना बन गया 270 डिग्री बन गया, मतलब कि 90 डिग्री जाके 3 बारी घूमूगा। घड़ी की दिशा, घड़ी की दिशा दे विच घड़ी किवें चलदी है, घड़ी अपनी इस दिशा दे विच ही चलदी है। इत्थों 90 डिग्री घुमाया जी, 45 ये हो गया, 45 ये हो गया, पहला तो उरे आया, फिर उस तो बाद फिर 90। लो जी 45 45 उरे आ गया, फिर 90 45 45, 3 बारी ਉਹ 90 90 घूम गया। पहला 90 उरे तक हो गया, दूजा 90 उरे तक हो गया, तीजा 90 अपने कोले उरे तक हो गया। किधर मुंह आ गया, इस दिशा दे विच ਉਹਦਾ ਮੂੰਹ ਹੈ ਜਿਹੜਾ आ गया, ठीक है जी। उम्मीद करदा समझ लगी होगी। उस तो बाद ਹੁਣ ਉਹ 135 डिग्री ਘੜੀ ਦੀ ਉਲਟ ਦਿਸ਼ਾ ਦੇ ਵਿੱਚ। ਘੜੀ ਦੀ ਉਲਟ ਦਿਸ਼ਾ ਕਿੱਧਰ ਨੂੰ ਹੋਗੀ, ਘੜੀ ਦੀ ਉਲਟ ਦਿਸ਼ਾ ਹੋਗੀ ਇਸ ਦਿਸ਼ਾ ਦੇ ਵਿੱਚ 135 डिग्री। ਲਓ ਜੀ 45 ਦਾ ਘੁੰਮਿਆ, 90 ਫੇਰ ਘੁੰਮਿਆ, 90 ਤੇ 45 जोड़ दो, 90 प्लस 45 135 डिग्री हो गया, ठीक है जी 135 डिग्री। मतलब कि बंदे का मूँह किधर आ गया जी, इस दिशा दे विच आ गया। हुण वो किस दिशा विच मूँह करके खड़ा दोस्तों, वेरी गुड, दक्षिण दिशा दे विच, ठीक है दोस्तों। उम्मीद करदा समझ लगी होगी। मिलते हैं अगले सवाल दे विच। हाँ जी दोस्तों नेक्स्ट क्वेश्चन है जी, एक व्यक्ति पश्चिम वाल मूँह करके खड़ा है, ओह घड़ी की दिशा दे विच, घड़ी लिखा है दोस्तों इत्थे, घड़ी की दिशा वाल 45 डिग्री घूमता है अते फिर 180 डिग्री दोबारा उसी दिशा विच घूमता है अते फिर 270 डिग्री घड़ी की उल्ट दिशा विच घूमता है। हुण उसका मुंह किस दिशा वाल है, ठीक है दोस्तों। बेसिक क्वेश्चन है, लो चेक करते हैं की कहना है। पहला दिशावां बनाती उत्तर पूरब पश्चिम ते दक्षिण। एक व्यक्ति पश्चिम वाल मुंह करके खड़ा है,
ਪੱਛਮ ਕਿੱਧਰ ਆ ਗਈ, ਖੜਾ ਤਾਂ ਇਸੇ ਸੈਂਟਰ ਪੁਆਇੰਟ ਤੇ ਹੈ, ਪਰ ਉਹਦਾ ਜਿਹੜਾ ਮੂੰਹ ਹੈ ਉਹ ਪੱਛਮ ਵੱਲ ਹੈ ਦੋਸਤੋ, ਇਸ ਦਿਸ਼ਾ ਦੇ ਵਿੱਚ ਮੂੰਹ ਹੈਗਾ। ਠੀਕ ਹੈ ਜੀ। ਉਹ ਘੜੀ ਦੀ ਦਿਸ਼ਾ ਵੱਲ 45 ਡਿਗਰੀ ਘੁੰਮਦਾ ਹੈ। ਘੜੀ ਦੀ ਦਿਸ਼ਾ ਹੁਣ ਤੁਸੀਂ ਇੱਥੇ ਦੇਖ ਲਓ, ਬਣਾ ਲਓ। ਘੜੀ ਕਿਵੇਂ ਚੱਲਦੀ ਹੈ ਜੀ, ਘੜੀ ਚੱਲਦੀ ਹੈ ਇਸ ਦਿਸ਼ਾ ਦੇ ਵਿੱਚ, ਘੜੀ ਦੀ ਦਿਸ਼ਾ ਵੱਲ 45 ਡਿਗਰੀ ਘੁੰਮਦਾ ਹੈ। ਘੜੀ ਦੀ ਦਿਸ਼ਾ ਕਿਵੇਂ ਚੱਲਦੀ ਹੈ, ਇਸ ਤਰ੍ਹਾਂ। ਕਿੰਨਾ ਘੁੰਮਿਆ ਦੋਸਤੋ, 45 ਡਿਗਰੀ, ਮਤਲਬ ਕਿ ਅੱਧਾ, 90 ਦਾ ਅੱਧਾ। ਹੁਣ ਕਿਸ ਦਿਸ਼ਾ ਵਿੱਚ ਮੂੰਹ ਦਾ, ਇਸ ਦਿਸ਼ਾ ਦੇ ਵਿੱਚ। ਠੀਕ ਹੈ ਜੀ। ਫਿਰ 180 ਡਿਗਰੀ ਦੁਬਾਰਾ ਉਸੇ ਦਿਸ਼ਾ ਦੇ ਵਿੱਚ ਘੁੰਮਦਾ। 180 ਡਿਗਰੀ ਕਿੰਨਾ, ਮਤਲਬ ਕਿ ਸਿੱਧੀ ਲਾਈਨ ਕਿੱਧਰ ਨੂੰ ਹੋਊਗੀ ਦੋਸਤੋ, ਇੱਥੇ ਆ ਗਿਆ ਮੂੰਹ। ਠੀਕ ਹੈ, ਸ਼ਾਰਟਕਟ ਹੈ ਦੋਸਤੋ, ਇਹ ਸ਼ਾਰਟ ਟ੍ਰਿਕ ਹੈ ਇਹ। 180 ਡਿਗਰੀ ਕੀ ਹੋ ਗਿਆ, ਸਿੱਧੀ ਲਾਈਨ ਬਣ ਜੂਗੀ। ਜੇ ਨਹੀਂ ਸਮਝ ਆਇਆ ਦੁਬਾਰਾ ਦੇਖ ਲਓ। 180 ਡਿਗਰੀ ਘੁਮਾਉਣਾ ਹੈ, 45 ਡਿਗਰੀ ਇਹ ਘਮਾਤਾ, ਫਿਰ ਉਸ ਤੋਂ ਬਾਅਦ 90 ਫੇਰ ਘਮਾਤਾ, 135 ਹੋ ਗਿਆ। 135 ਤੇ 45 ਫੇਰ ਘਮਾਤਾ, 180। ਲਓ ਜੀ, ਘੜੀ ਦੀ ਦਿਸ਼ਾ ਦੇ ਵਿੱਚ 180 ਡਿਗਰੀ ਘੁੰਮ ਗਿਆ। ਜੇ ਤੁਸੀਂ ਸਿੱਧੀ ਲਾਈਨ ਵੀ ਐ ਲੈ ਸਕਦੇ ਹੋ, ਇਸ ਦਿਸ਼ਾ ਦੇ ਵਿੱਚ ਉਹਦਾ ਮੂੰਹ ਆ ਗਿਆ। ਫਿਰ 270 ਡਿਗਰੀ ਘੜੀ ਦੀ ਉਲਟ ਦਿਸ਼ਾ। ਹੁਣ ਘੜੀ ਦੀ ਉਲਟ ਦਿਸ਼ਾ ਕਿਵੇਂ ਹੁੰਦੀ ਹੈ, ਘੜੀ ਦੀ ਉਲਟ ਦਿਸ਼ਾ ਇਸ ਦਿਸ਼ਾ ਦੇ ਵਿੱਚ ਹੋਗੀ। ਠੀਕ ਹੈ ਜੀ। ਕਿੰਨਾ ਕੁ ਹੁੰਦਾ, 270 ਡਿਗਰੀ। 270 ਕਿੰਨਾ ਹੁੰਦਾ ਜੀ, 3 ਵਾਰੀ 90 90। ਕਿੰਨੇ ਵਾਰੀ, 3 ਵਾਰੀ 90 90। ਲਓ ਜੀ, ਇੱਥੋਂ ਘੁੰਮਿਆ, ਉਰੋਂ ਉਹ ਵਾਪਸ ਗਿਆ, ਉਰੇ ਆ ਗਿਆ। ਇੱਥੇ ਕਿੰਨਾ ਜੀ, 90 ਡਿਗਰੀ। ਪਹਿਲਾ 90 ਹੋ ਗਿਆ ਪੂਰਾ, ਉਸ ਤੋਂ ਬਾਅਦ ਫੇਰ ਉਰੇ ਘੁੰਮਿਆ, ਕਿੰਨਾ ਹੋ ਗਿਆ, ਦੂਸਰਾ 90 ਹੋ ਗਿਆ। ਫਿਰ ਉਸ ਤੋਂ ਬਾਅਦ ਫਿਰ ਤੀਸਰਾ 90, ਇਹ ਇੱਥੇ ਆ ਗਿਆ, ਉਰੇ ਹੋ ਗਿਆ ਸਾਡੇ ਕੋਲ ਤੀਸਰਾ 90। ਕਿਸ ਦਿਸ਼ਾ ਦੇ ਵਿੱਚ ਮੂੰਹ ਆ ਗਿਆ, ਇਸ ਦਿਸ਼ਾ ਦੇ ਵਿੱਚ ਮੂੰਹ ਆ ਗਿਆ। ਹੁਣ ਕੀ ਕਹਿ ਸਕਦੇ ਹਾਂ ਅਸੀਂ, ਹੁਣ ਉਸ ਦਾ ਮੂੰਹ ਕਿਸ ਦਿਸ਼ਾ ਵੱਲ ਹੈ, ਕੀ ਕਹਾਂਗੇ ਦੋਸਤੋ, ਪੱਛਮ ਦੱਖਣ ਵੱਲ ਮੂੰਹ ਹੈ। ਕਿੱਧਰ ਮੂੰਹ ਦਾ, ਪੱਛਮ ਦੱਖਣ ਵੱਲ। ਉਮੀਦ ਕਰਦਾ ਦੋਸਤੋ ਸਮਝ ਲੱਗੀ ਹੋਊਗੀ। ਥੋੜੀ ਮੈਂ ਸਟੇਟਮੈਂਟ ਚੇਂਜ ਕਰ ਦਿੰਦਾ, ਦੇਖਿਓ ਕੀ ਕਹਿੰਦਾ ਸਵਾਲ। ਸਟੇਟਮੈਂਟ ਥੋੜੀ ਚੇਂਜ ਕਰ ਦਿੰਦੇ ਆ। ਇੱਕ ਵਿਅਕਤੀ ਪੱਛਮ ਦੀ ਜਗ੍ਹਾ ਤੇ ਮੈਂ ਕਹਿ ਦਿੰਦਾ ਜੀ ਉਹ ਦੱਖਣ ਵੱਲ ਮੂੰਹ ਕਰਕੇ ਖੜਾ, ਦੱਖਣ ਵੱਲ ਮੂੰਹ ਕਰਕੇ ਖੜਾ। ਉਹ ਘੜੀ ਦੀ ਦਿਸ਼ਾ ਵਿੱਚ 45 ਡਿਗਰੀ ਦੀ ਜਗ੍ਹਾ ਤੇ ਮੈਂ ਪਾ ਦਿੰਦਾ ਜੀ ਇੱਥੇ 90 ਡਿਗਰੀ। ਇੱਥੇ 180 ਪਾਇਆ, 180 ਜਗ੍ਹਾ ਤੇ ਮੈਂ ਪਾ ਦਿੰਦਾ 270 ਡਿਗਰੀ। ਫਿਰ ਉਸੇ ਦਿਸ਼ਾ ਵਿੱਚ ਘੁੰਮਦਾ, ਫਿਰ 270 ਦੀ ਜਗ੍ਹਾ ਤੇ ਮੈਂ ਪਾ ਦਿੰਦਾ ਜੀ 180 ਡਿਗਰੀ। ਹੁਣ ਉਹ ਕਿਸ ਦਿਸ਼ਾ ਦੇ ਵਿੱਚ ਮੂੰਹ ਕਰਕੇ ਖੜਾ। ਲੋ ਜੀ ਦੋਸਤੋ, ਦੇਖਦੇ ਹਾਂ ਸਵਾਲ ਨੂੰ ਸੋਲਵ ਕਰਦੇ ਹਾਂ। उत्तर पूर्व पश्चिम ते दक्षिण की कहना दोस्तों, एक व्यक्ति दक्षिण दिशा वाल मूंह करके खड़ा है। दक्षिण किधर होगी जी, इस दिशा दे विच मूंह करके खड़ा है। फिर वो घड़ी की दिशा वाल 90 डिग्री घूमता है। घड़ी की दिशा किवें जी, घड़ी इस तरह चलती है। लो जी, हुण दा मूंह किधर आ गया जी, इत्थे आ गया, 90 डिग्री घूमिया। उस तो बाद फिर वो 270 डिग्री दोबारा उसी दिशा दे विच घूमदा। 270 डिग्री घुमाउणा दोस्तों अपने 270 किवें हुंदा जी, 90 ए हो गया, फिर 90 हो गया, 180 फिर 90 हो गया। लो जी 270 फिर दोबारा वो इसी दिशा दे विच आ गया। ठीक है जी, इसी दिशा दे विच दोबारा आ गया। उम्मीद करदा समझ लगी होगी। पहला वो कितना घुमिया जी 90 डिग्री, फिर 270 डिग्री। जे सारे जोड़ों कितना बन गया 360 डिग्री बन गया। मतलब कि जिहड़ी दिशा दे विच पहला मूंह सी दोबारे उसी दिशा दे विच मूंह आ गया ਉਹਦਾ। उस तो बाद फिर 180 डिग्री घड़ी दी उल्ट दिशा दे विच इथों 180 डिग्री घुमाउणा है। 180 डिग्री कितना हो गया जी, सीधी लाइन होगी। सीधी लाइन जिहड़ी दिशा दे विच मूंह करके खड़ा है वो तो उल्ट दिशा बना दो। जे मैं कहां जी 180 डिग्री इधर मूंह करके खड़ा है, कहदा जी 180 डिग्री घुमे तो तुसीं की कहोगे जी इधर आ गया मूंह। चाहे दी वो क्लॉकवाइज है चाहे दी एंटी क्लॉकवाइज है, की करोगे सीधी लाइन जिहड़ी खिंचोगे उल्ट दिशा दे विच बंदे दा मूंह बन जूगा ਉਹਦਾ 180 डिग्री, क्योंकि 180 डिग्री दा कोण ਜਿਹੜਾ बनाओगे सीधी लाइन हुंदी है। ठीक है दोस्तों, कितना हुंदा जी 180 डिग्री। 90 डिग्री हमेशा इन्ना हुंदा है और 180 डिग्री कितना हो गया जी, इन्ना हो गया। मतलब कि आह पूरी दी पूरी लाइन 180 डिग्री बन जाती है। ठीक है जी, हुण की कहंदा जी फिर 180 डिग्री घड़ी दी उल्ट दिशा दे विच, मतलब कि इधर मूंह सीगा, इत्थों बिल्कुल ओपोजिट साइड ਉਹਦਾ मूंह हो गया। ਹੁਣ ਉਸ ਦਾ मूंह किस दिशा ਵੱਲ है, ਉਸ ਦਾ मूंह ਹੈਗਾ ਸਾਡੇ ਕੋਲੇ उत्तर दिशा ਵੱਲ मूंह है। ठीक है जी दोस्तों, उम्मीद करदा समझ लगी होगी। उस तो बाद एक होर ਤੁਹਾਡੇ ਵਾਸਤੇ प्रैक्टिस क्वेश्चन ਪਾਵਾਂਗੇ ਤੇ ਉਹ क्वेश्चन ਦਾ ਜਿਹੜਾ ਜਵਾਬ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇ 305 ਕਰਨਾ। हाँ जी दोस्तों, नेक्स्ट क्वेश्चन है ਤੁਹਾਡੇ ਵਾਸਤੇ प्रैक्टिस क्वेश्चन है जी। देखो की कहना ਹੈਗਾ, राम पूर्व दिशा ਵੱਲ मूंह करके खड़ा है। ਉਹ 100 डिग्री कितना दोस्तों
100 ਡਿਗਰੀ ਘੜੀ ਦੀ ਦਿਸ਼ਾ ਵੱਲ ਘੁੰਮਦਾ ਹੈ ਅਤੇ ਫਿਰ 315 ਡਿਗਰੀ ਘੜੀ ਦੀ ਉਲਟ ਦਿਸ਼ਾ ਵੱਲ ਘੁੰਮਦਾ ਹੈ, ਹੁਣ ਉਹ ਕਿਸ ਦਿਸ਼ਾ ਦੇ ਵਿੱਚ ਮੂੰਹ ਕਰਕੇ ਖੜਾ ਹੈ। ਠੀਕ ਹੈ ਦੋਸਤੋ, ਬਿਲਕੁਲ ਬੇਸਿਕ ਕੁਐਸਚਨ ਹੈ। ਇਹਦਾ ਜਿਹੜਾ ਜਵਾਬ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇਣਾਗਾ ਤੇ ਉਸ ਤੋਂ ਬਾਅਦ ਇੱਕ ਵੀਡੀਓ ਦੇ ਵਿੱਚ ਆਪਾਂ ਹੋਰ ਲੈ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੋਈ ਵਿਅਕਤੀ ਕਿਸੇ ਨੂੰ ਮਿਲਦਾ ਹੈ, ਪਰਛਾਵਾਂ ਕਿਸ ਦਿਸ਼ਾ ਦੇ ਵਿੱਚ ਪੈਂਦਾ ਹੈ, ਪਰਛਾਵੇਂ ਵਾਲੇ ਸਵਾਲ ਹੈ ਜਿਹੜੇ ਲੈ ਕੇ ਆਵਾਂਗੇ ਤੇ ਇਹਦੇ ਨਾਲ ਆਪਣਾ ਕੀ ਹੋ ਜਾਊਗਾ, ਚੈਪਟਰ ਆਪਣਾ ਕੰਪਲੀਟ ਹੋ ਜਾਊਗਾ ਡਿਸਟੈਂਸ ਐਂਡ ਡਾਇਰੈਕਸ਼ਨ ਦਾ। ਉਮੀਦ ਕਰਦਾ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਅਗਰ ਵੀਡੀਓ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਠੀਕ ਹੈ ਜੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ।